गुड मॉर्निंग स्टूडेंट्स। अज आप अगे जो अपना चैप्टर हैगा इंफ्रास्ट्रक्चर उन्होंने कंटिन्यू करांगे और अज कोशिश करांगे कि इनू खत्म कर दिए है ना। तो ये अगे आ गया जी प्राइमरी और फाइनल सोर्स ऑफ एनर्जी। प्राइमरी सोर्स ऑफ एनर्जी एंड फाइनल या फिर सेकेंडरी, इन्हों असी सेकेंडरी भी बोलते हैं। ठीक है जी। प्राइमरी जिमें प्राइमरी स्कूल होंगे ने बिल्कुल वही चीज़ है कि इन्हों असी इहदा जो मीनिंग है ना वो होंदा गा प्राथमिक। प्राथमिक का मतलब होंदा जो सब तो पहला पंजाबी दे विच इहनूं मुढ़ला भी बोल दिंदे ने। मुढ़ला जिहड़ा सोर्स है जिन्हों असी एज इट इज यूज कर देंगे है ना। जिमें कोल हो गया, नेचुरल गैस होगी, हाइड्रो इलैक्ट्रिसिटी जो असी की हैगा हाइड्रो एनर्जी ਨੂੰ यूज करते हैं और ਉਹਨੂੰ कन्वर्ट करते हैं। ਹੁਣ देखो मैं इत्थे की बोलिया हाइड्रो इलैक्ट्रिसिटी। whenever we are using hydro energy to produce electricity है ना, ਜਦੋਂ ਅਸੀਂ ਹਾਈਡਰੋ એનર્ਜੀ ਨੂੰ ਇਲੈਕਟ੍ਰਿਸਿਟੀ ਜਨਰੇਟ ਕਰਨ ਵਾਸਤੇ ਯੂਜ਼ ਕਰਦੇ ਹਾਂ then we are talking about our secondary or final source of energy। ठीक है जी। ਤਾਂ ਇਹ ਤੋਂ ਤੁਹਾਨੂੰ ਦੋਹਾਂ ਤੋਂ ਕਲੀਅਰ ਹੋ ਗਿਆ ਉਹ ਜਿਹੜਾ ਪ੍ਰਾਇਮਰੀ ਹੁੰਦਾਗਾ ਉਹਨੂੰ ਅਸੀਂ as it is यूज ਕਰਦੇ ਹਾਂ। ਪ੍ਰਾਇਮਰੀ source of energy are available as free gift of nature। ਇਹ ਕੀ ਆ, ਇੱਕ ਤਰ੍ਹਾਂ ਦਾ ਸਾਨੂੰ ਨੇਚਰ ਦੁਆਰਾ ਦਿੱਤਾ ਹੋਇਆ ਇੱਕ ਗਿਫਟ ਹੁੰਦਾਗਾ। सेकंड जो पॉइंट आ गया these are directly used as energy input for production of goods। ਅਸੀਂ ਇਹਨਾਂ ਨੂੰ ਕੀ ਆ as it is ਜਿਵੇਂ ਅਸੀਂ ਇਹਨਾਂ ਨੂੰ ਕੱਢਦੇ ਆ ਐਕਸਟ੍ਰੈਕਟ ਕਰਦੇ ਆ ਉਵੇਂ ਹੀ ਇਹਨਾਂ ਦਾ ਅਸੀਂ ਯੂਜ਼ ਕਰਦੇ ਆ to produce something whatever it is। it can be electricity or it can be any material used by us। ठीक है जी। अगे जो असी फाइनल सोर्स की गल करते हैं these sources are to pass through a process of transformation before they are used as energy input। Electricity is used as an energy input only after coal is transformed into energy electricity। और ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅਸੀਂ ਇਲੈਕਟ੍ਰਿਸਿਟੀ ਹੈ ਜਿਹੜੀ ਜੋ ਅਸੀਂ ਸਕੂਲ ਦੇ ਵਿੱਚ ਕਾਲਜਸ ਦੇ ਵਿੱਚ ਜਾਂ ਫਿਰ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ ਉਹ ਇੱਕ ਫੁੱਲੀ ਫਲੈਜ ਮੈਕੈਨਿਜ਼ਮ ਤੋਂ ਬਾਅਦ ਸਾਡੇ ਕੋਲੇ ਆਉਂਦੀ ਆ। ਕਿਵੇਂ? ਪਹਿਲਾਂ ਕੀ ਹੈਗਾ ਫੋਰ ਐਗਜ਼ਾਮਪਲ ਹੁਣ ਤੁਹਾਨੂੰ ਮੈਂ ਤੁਸੀਂ ਵੈਸੇ ਤਾਂ 9th ਔਰ 10th ਦੇ ਵਿੱਚ ਪੜ੍ਹਿਆ ਹੋਊਗਾ ਲੇਕਿਨ ਫਿਰ ਵੀ ਤੁਹਾਨੂੰ ਮੈਂ ਦੱਸਦਾ। ਪਹਿਲਾਂ ਕੀ ਹੈਗਾ ਅਸੀਂ ਵੱਡੇ ਸਾਰੇ ਡੈਮ ਬਣਾ ਲੈਂਦੇ ਆ और वाटर ਨੂੰ ਕੀ ਕਰ ਲੈਂਦੇ ਆ ਰਿਜ਼ਰਵ ਕਰ ਲੈਂਦੇ ਆ ਜਿਹਨੂੰ ਅਸੀਂ ਰਿਜ਼ਰਵਾਇਰ ਬੋਲਦੇ ਆ। ਰਿਜ਼ਰਵਾਇਰ ਤੋਂ ਕੀ ਆ ਇੱਕ ਬਹੁਤ ਵੱਡੇ ਪ੍ਰੈਸ਼ਰ ਦੇ ਨਾਲ ਕੀ ਆ ਅਸੀਂ ਵਾਟਰ ਆ ਜਿਹੜਾ ਉਹਨੂੰ ਕੀ ਕਰਦੇ ਆ ਵਾਟਰ ਸ਼ੈਡ ਨੂੰ ਟਰਬਾਈਨਸ ਦੇ ਉੱਤੇ ਡੇਗਦੇ ਆ। ਜੋ ਟਰਬਾਈਨਸ ਦੇ ਉੱਤੇ ਵਾਟਰ ਆ ਜਿਹੜਾ ਉਹ ਡਿੱਗਦਾਗਾ ਤਾਂ ਇਹਨਾਂ ਦੀ ਇੱਕ ਕੀ ਹੈਗਾ फोर्स नाल सेंट्रीफ्यूगल फोर्स दे नाल की हैगा जो टरबाइन ने वो घूमना शुरू कर देते हैं और इन्हां टरबाइनस नूं की आ एज अ मोटर ਅਸੀਂ ਕੀ ਕਰਦੇ ਆ ਯੂਜ਼ ਕਰਦੇ ਆ। ਜਿਵੇਂ ਅਸੀਂ ਡਾਇਨਮੋ ਚੱਕਿਆਂ ਦੇ ਉੱਤੇ ਸਾਈਕਲ ਦੇ ਚੱਕਿਆਂ ਦੇ ਉੱਤੇ ਲਾ ਕੇ ਛੋਟੇ ਹੁੰਦੇ LED ਵਗੈਰਾ ਚਲਾਉਂਦੇ ਹੁੰਦੇ ਆ ਨਾ ਉਵੇਂ ਹੀ ਕੀ ਆ ਇਹ ਵੱਡੀ ਸਾਰੀ ਡਾਇਨਮੋ ਹੁੰਦੀ ਆ। ਇਹ ਏਡੀ ਵੱਡੀ ਹੁੰਦੀ ਆ ਕਿ ਅਸੀਂ ਇਹਦੇ ਤੋਂ ਕੀ ਆ ਪੂਰੇ ਪੰਜਾਬ, ਹਿਮਾਚਲ ਪ੍ਰਦੇਸ਼, ਦਿੱਲੀ, ਰਾਜਸਥਾਨ ਹੈ ਨਾ ਜੰਮੂ ਵਾਸਤੇ ਕੀ ਅਸੀਂ ਬਿਜਲੀ ਪੈਦਾ ਕਰ ਸਕਦੇ ਹਾਂ। ਔਰ ਫਿਰ ਇਹ ਕੀ ਹੈਗਾ ਇਹ એનર્ਜੀ ਆ ਜਿਹੜੀ ਇਹ ਕਿੱਥੇ ਜਾਂਦੀ ਹੈਗੀ ਸਾਡੇ ਗ੍ਰਿਡਸ ਦੇ ਵਿੱਚ, ਪਾਵਰ ਸਟੇਸ਼ਨਸ ਦੇ ਵਿੱਚ ਜਾਂਦੀ ਆ। ਔਰ ਪਾਵਰ ਸਟੇਸ਼ਨ ਤੋਂ ਹੁਣ ਮੰਨ ਲਓ ਆਪਾਂ ਇਹ ਸਾਰੀ એનર્ਜੀ ਪ੍ਰੋਡਿਊਸ ਕਰ ਲਈ ਔਰ ਹੁਣ ਆਪਾਂ ਧਨੌਲੇ ਦਾ ਜਿਹੜਾ ਗ੍ਰਿਡ ਆ ਉਹਦੀ ਗੱਲ ਕਰ ਰਹੇ ਆ। ਧਨੌਲੇ ਦਾ ਜੋ ਗ੍ਰਿਡ ਆ ਹਨਾ ਪਾਵਰ ਸਟੇਸ਼ਨ ਤੋਂ ਬਾਈ ਦ ਮੀਨਸ ਆਫ ਇਲੈਕਟ੍ਰਿਕ ਪੋਲਸ ਇਹ ਸਾਡੇ ਘਰਾਂ ਤੱਕ ਆਉਂਦੀ ਆ। ਪਰ ਉਦੋਂ ਪਹਿਲਾਂ ਇਹਨੂੰ ਕਿਹਦੇ ਕੋਲ ਜਾਣਾ ਪੈਂਦਾ ਇੱਕ ਟਰਾਂਸਫਾਰਮਰ ਕੋਲੇ ਜਾਣਾ ਪੈਂਦਾ। ट्रांसफार्मर की करदागा इस
ਇਲੈਕਟ੍ਰਿਸਿਟੀ ਨੂੰ ਸਾਡੇ ਯੂਜ਼ ਦੇ ਲਈ ਕੀ ਕਰ ਦਿੰਦਾ ਗਾ, ਕਨਵਰਟ ਕਰ ਦਿੰਦਾ, ਤਾਂ ਕਿ ਅਸੀਂ ਇਹਨੂੰ ਕੀ ਆ ਘਰਾਂ ਦੇ ਵਿੱਚ ਯੂਜ਼ ਕਰ ਸਕੀਏ, ਹੈ ਨਾ ਜੀ। ਜਦੋਂ ਇਹ ਸਾਡੇ ਯੂਜ਼ ਲਈ, ਦੇਖੋ ਕਿੱਡਾ ਵੱਡਾ ਮੈਕੈਨਿਜ਼ਮ ਆ। ਪਹਿਲਾਂ ਹਾਈਡਰੋ ਯਾਨੀ ਵਾਟਰ ਨੂੰ ਕੀ ਆ ਰਿਜ਼ਰਵ ਕੀਤਾ ਗਿਆ, ਰਿਜ਼ਰਵ ਕਰਨ ਤੋਂ ਬਾਅਦ ਉਹਨੂੰ ਕੀ ਆ ਇੱਕ ਫੋਰਸ ਦਿੱਤਾ ਗਿਆ, ਸੈਂਟਰੀਫਿਊਗਲ ਫੋਰਸ ਦੇ ਨਾਲ ਉਹਨੇ ਕੀ ਆ ਟਰਬਾਈਨਸ ਨੂੰ ਘੁਮਾਇਆ। ਟਰਬਾਈਨਸ ਨੇ ਅੱਗੇ ਸਪਲਾਈ ਆ ਜਿਹੜੀ ਉਹ ਵੱਡੇ ਵੱਡੇ ਪਾਵਰ ਸਟੇਸ਼ਨਸ ਨੂੰ ਦਿੱਤੀ, ਔਰ ਪਾਵਰ ਸਟੇਸ਼ਨਸ ਨੇ ਕੀ ਕੀਤਾ, ਛੋਟੇ ਗ੍ਰਿਡਸ ਨੂੰ ਸਪਲਾਈ ਦਿੱਤੀ, ਔਰ ਗ੍ਰਿਡ ਤੋਂ ਬਾਅਦ ਕੀ ਆ ਗਈ ਇਹ ਟਰਾਂਸਫਾਰਮਰ ਕੋਲੇ ਜਾਂਦੀ ਆ। ਟਰਾਂਸਫਾਰਮਰ ਤੋਂ ਬਾਅਦ ਕੀ ਆ ਇਹ ਸਾਡੇ ਹੋਮਸ ਦੇ ਵਿੱਚ ਆਉਂਦੀ। ਕਿੰਨੇ ਮੈਕੈਨਿਜ਼ਮ ਤੋਂ ਬਾਅਦ ਇਹ ਸਾਡੇ ਕੋਲੇ ਆ ਰਹੀ ਆ, ਠੀਕ ਹੈ ਜੀ। ਤਾਂ ਇਹ ਜੋ ਇੱਕ ਪ੍ਰੋਸੈਸ ਆ ਵਾਈ ਵਿਚ ਇਜ਼ ਗੋਇੰਗ ਥਰੂ, ਇਸੇ ਕਰਕੇ ਇਹਨੂੰ ਅਸੀਂ ਕੀ ਬੋਲਦੇ ਆ ਦੋਸਤੋ, ਸੈਕੰਡਰੀ ਔਰ ਫਾਈਨਲ ਸੋਰਸ ਆਫ એનર્ਜੀ ਵੀ ਬੋਲ ਦਿੰਦੇ ਆ। ਅੱਗੇ ਕੀ ਹੈਗਾ ਸਾਡੇ ਕੋਲੇ, these source can be converted into other form of energy, ਜਿਵੇਂ ਕੋਲਾ ਹੈਗਾ ਹਨਾ, ਕੋਲੇ ਨੂੰ ਅਸੀਂ ਕੀ ਆ ਇਲੈਕਟ੍ਰਿਸਿਟੀ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਕੋਲੇ ਨਾਲ ਕੀ ਆ, ਅਸੀਂ ਕੋਲੇ ਨੂੰ ਕੀ ਆ, ਕੋਲ ਕੈਨ be used as fuel, ਅਸੀਂ ਇਹਨੂੰ ਫਿਊਲ ਦੇ ਤੌਰ ਦੇ ਉੱਤੇ ਵੀ ਯੂਜ਼ ਕਰਦੇ ਹਾਂ। ਕਿਵੇਂ, ਕੋਲ ਕੈਨ ਬੀ ਕਨਵਰਟਡ ਐਜ਼ ਮਕੈਨੀਕਲ એનર્ਜੀ। ਅਸੀਂ ਕੀ ਆ ਪਹਿਲਾਂ ਕੀ ਆ ਜੋ ਰੇਲਵੇਜ਼ ਡਿਪਾਰਟਮੈਂਟ ਹੁੰਦਾ ਸੀਗਾ, ਉਹ ਕੀ ਕਰਦਾ ਸੀਗਾ, ਰੇਲਵੇਜ਼ ਦੇ ਵਿੱਚ ਜੋ ਇੰਜਨ ਹੁੰਦੇ ਸੀ ਪਹਿਲਾਂ ਕੋਲੇ ਤੇ ਚੱਲਦੇ ਸੀ, ਤਾਂ ਉਹਦੇ ਵਿੱਚ ਕੀ ਆ, ਅਸੀਂ ਕੋਲੇ ਨੂੰ ਕੀ ਆ ਇੰਜਨ ਦੇ ਵਿੱਚ ਮਕੈਨੀਕਲ એનર્ਜੀ ਦੇ ਵਿੱਚ ਕਨਵਰਟ ਕਰਦੇ ਆ। ਤਾਂ એનર્ਜੀ ਪ੍ਰੋਡਿਊਸਡ ਬਾਈ ਕੋਲ ਇਜ਼ ਕਨਵਰਟਡ ਇਨਟੂ ਮਕੈਨੀਕਲ એનર્ਜੀ ਐਜ਼ ਵੈਲ, ਹੈ ਨਾ ਜੀ। ਅੱਗੇ ਸਾਡੇ ਕੋਲੇ ਕੀ ਹੈਗਾ, ਕੰਜ਼ੰਪਸ਼ਨ ਪੈਟਰਨ ਆਫ એનર્ਜੀ ਇਨ ਇੰਡੀਆ, ਦੈਟ ਹਾਊ ਵੀ ਆਰ ਕੰਜ਼ਿਊਮਿੰਗ, ਹੈ ਨਾ, ਕਿਵੇਂ ਅਸੀਂ ਕੰਜ਼ਿਊਮ ਕਰਦੇ ਆ ਸਾਡੇ ਇੰਡੀਆ ਦੇ ਵਿੱਚ। ਕੰਜ਼ੰਪਸ਼ਨ ਪੈਟਰਨ ਆਫ એનર્ਜੀ ਰੈਫਰਸ ਟੂ ਦੀ ਪਰਸੈਂਟੇਜ ਯੂਜ਼ ਆਫ ਡਿਫਰੈਂਟ ਸੋਰਸ ਆਫ એનર્ਜੀ, ਕਿ ਹਾਊ ਮਚ ਪਰਸੈਂਟ ਅਸੀਂ, ਫੋਰ ਐਗਜ਼ਾਮਪਲ ਪੰਜਾਬ ਦੇ ਲੋਕ ਨੇ ਜਿਹੜੇ, ਜਾਂ ਫਿਰ ਕਾਲੇਕੇ ਦੇ ਲੋਕ ਨੇ, ਧਨੌਲੇ ਦੇ ਲੋਕ ਨੇ, ਉਹ ਕਿੰਨੇ ਪਰਸੈਂਟ એનર્ਜੀ ਦਾ ਯੂਜ਼ ਕਰਦੇ ਨੇ ਆਪਣੇ ਡੇਲੀ ਚੋਰਸ ਵਾਸਤੇ, ਜੋ ਵੀ ਉਹ ਹਰ ਰੋਜ਼ ਕੰਮ ਕਰਦੇ ਨੇ ਉਹਨਾਂ ਦੇ ਲਈ ਉਹ ਕਿੰਨੀ ਪਰਸੈਂਟੇਜ ਆਫ ਇਲੈਕਟ੍ਰਿਸਿਟੀ ਯੂਜ਼ ਕਰਦੇ ਨੇ। ਹਾਊ ਮਚ ਪਰਸੈਂਟੇਜ ਆਫ ਪੈਟਰੋਲ ਇਜ਼ ਯੂਜ਼ਡ ਬਾਈ ਕੰਜ਼ਿਊਮਰਸ ਆਫ ਧਨੌਲਾ ਓਨਲੀ, है ना जी। ਐਵੇਂ ਹੀ ਅਸੀਂ ਕਰ ਸਕਦੇ ਹਾਂ that how much fuel is used by the consumers belong to ਕਾਲੇਕੇ, ਐਸਪਾਲ ਕਲਾਂ, ਭੈਣੀ ਜੱਸਾ, ਫਤਿਹਗੜ੍ਹ ਛੰਨਾ, ਅਲੱਗ-ਅਲੱਗ ਕਰ ਸਕਦੇ ਹਾਂ। ਐਵੇਂ ਹੀ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਕਿ ਕਿੰਨੇ ਪਰਸੈਂਟ એનર્ਜੀ ਆ ਜਿਹੜੀ ਸਾਡੇ ਇੰਡੀਅਨਸ ਦੁਆਰਾ ਯੂਜ਼ ਕੀਤੀ ਜਾਂਦੀ ਆ। ਸੋ એનર્ਜੀ ਜਿਹੜੀ ਅਸੀਂ ਯੂਜ਼ ਕਰਦੇ ਹਾਂ, ਇਟ ਕੈਨ ਬੀ ਸੋਲਰ એનર્ਜੀ, ਇਟ ਕੈਨ ਬੀ ਇਲੈਕਟ੍ਰਿਸਿਟੀ, ਇਟ ਕੈਨ ਬੀ ਫਿਊਲ, ਕੁਝ ਵੀ ਹੋ ਸਕਦਾ ਹੈਗਾ, ठीक है जी। परसेंटेज यूज ऑफ डिफरेंट सोर्स ऑफ एनर्जी can be studied only when different energy source are converted into some common unit। ਕਹਿੰਦਾ ਇਹਨੂੰ ਅਸੀਂ ਜਿਵੇਂ ਫੋਰ ਐਗਜ਼ਾਮਪਲ ਅਸੀਂ ਕੀ ਹੈਗਾ એનર્ਜੀ ਨੂੰ ਯੂਜ਼ ਕਰਦੇ ਹਾਂ, ਜਿਵੇਂ ਅਸੀਂ ਇਲੈਕਟ੍ਰਿਸਿਟੀ ਨੂੰ ਯੂਜ਼ ਕਰਦੇ ਹਾਂ, then we are giving it a unit watt, but whenever we are using any type of energy having such some torque, ਤਾਂ ਅਸੀਂ ਉੱਥੇ ਕੀ ਆ ਜਾਊਲ ਦੀ ਗੱਲ ਕਰਾਂਗੇ, ਹੈ ਨਾ ਜੀ। ਜਾਊਲ ਕੀ ਹੈਗਾ, ਜਾਊਲ એનર્ਜੀ ਆ, એનર્ਜੀ ਦੀ ਐਸਆਈ ਯੂਨਿਟ ਆ। ਤਾਂ ਕੀ ਹੈਗਾ, ਇਹਨੂੰ ਥੋੜਾ ਜਿਹਾ ਸਾਇੰਟਿਫਿਕ ਕਰਨ ਦੀ ਜਗ੍ਹਾ ਤੇ ਜੇ ਮੈਂ ਤੁਹਾਨੂੰ ਸਿੱਧਾ ਦੱਸਦਾ ਕਿ ਫੋਰ ਐਗਜ਼ਾਮਪਲ ਅਸੀਂ ਟ੍ਰਾਂਜੈਕਸ਼ਨਸ ਕਰ ਰਹੇ ਹਾਂ, ਡਾਲਰ ਦੇ ਵਿੱਚ ਸਾਡੇ ਕੋਲ ਟ੍ਰਾਂਜੈਕਸ਼ਨਸ ਹੋ ਰਹੇ ਨੇ, ਠੀਕ ਹੈ, ਯੂਆਨ ਦੇ ਵਿੱਚ ਅਸੀਂ ਟ੍ਰਾਂਜੈਕਸ਼ਨ ਕਰ ਰਹੇ ਹਾਂ, ਯੂਰੋ ਦੇ ਵਿੱਚ ਅਸੀਂ ਟ੍ਰਾਂਜੈਕਸ਼ਨ ਕਰ ਰਹੇ ਹਾਂ, ਔਰ ਅਸੀਂ ਟ੍ਰਾਂਜੈਕਸ਼ਨ ਕਰ ਰਹੇ ਹਾਂ ਰੂਪੀ ਦੇ ਵਿੱਚ ਵੀ। ਤਾਂ ਇਹਨਾਂ ਸਾਰਿਆਂ ਨੂੰ ਕਾਮਨਲੀ ਅਸੀਂ ਇੱਕ ਯੂਨਿਟ ਦੇ ਦਿੰਦੇ ਹਾਂ। ਫੋਰ ਐਗਜ਼ਾਮਪਲ ਗੋਲਡ ਦੇ ਵਿੱਚ ਜੇ ਅਸੀਂ ਵਪਾਰ ਕਰੀਏ ਤਾਂ ਸਾਨੂੰ ਪਤਾ ਲੱਗ ਜੂਗਾ ਦੈਟ ਕਿਹੜੀ ਚੀਜ਼ ਇਹਨਾਂ ਦੇ ਵਿੱਚੋਂ ਜ਼ਿਆਦਾ ਅੱਗੇ ਆ। ਤਾਂ ਇੱਕ ਕਾਮਨ ਸਿਸਟਮ ਹੋਣਾ ਚਾਹੀਦਾਗਾ, ਕਿਸੇ ਵੀ ਏਰੀਆ ਜਾਂ ਫਿਰ ਕਿਸੇ ਵੀ ਸਟੇਟ ਦੇ ਲੋਕ ਕਿੰਨੀ ਪਰਸੈਂਟੇਜ એનર્ਜੀ ਨੂੰ ਯੂਜ਼ ਕਰਦੇ ਨੇ, ਉਹ ਚੀਜ਼ ਦੇਖਣ ਵਾਸਤੇ ਸਾਡੇ ਕੋਲ ਇੱਕ ਕਾਮਨ ਯੂਨਿਟ ਹੋਣੀ ਚਾਹੀਦੀ ਆ। ਫੋਰ ਐਗਜ਼ਾਮਪਲ ਹੁਣ ਅਸੀਂ ਸਾਰੇ ਕਮਾਈ ਕਰਦੇ ਹਾਂ, ਕਿਹਦੇ ਵਿੱਚ ਕਮਾਈ ਕਰਦੇ ਹਾਂ, ਰੁਪਈਆ ਦੇ ਵਿੱਚ ਕਮਾਈ ਕਰਦੇ ਹਾਂ। ਤਾਂ ਸਾਨੂੰ ਪਤਾ ਲੱਗ ਜਾਂਦਾ ਦੈਟ ਸਾਡੀ ਪਰ ਐਨੂਅਲ ਇਨਕਮ ਕਿੰਨੀ ਆਗੀ, ਹੈ ਨਾ ਜੀ।
ਅੱਗੇ ਕੀ ਹੈਗਾ, ਕਮਰਸ਼ੀਅਲ ਐਨਰਜੀ ਕੰਜ਼ਿਊਮ account for 74% of total energy consumed in India, since coal and lignite are principal source of commercial energy। ਇਹਦੇ ਵਿੱਚ ਜੋ ਕੋਲ ਹੋ ਗਏ ਜਾਂ ਫਿਰ ਲਿਗਨਾਈਟ ਆ ਉਹਨੂੰ ਅਸੀਂ ਕਾਮਨਲੀ ਯੂਜ਼ ਕਰਦੇ ਆ ਟੂ enhance our commercial outputs। ਅੱਗੇ ਕੀ ਆ ਗਿਆ ਜੀ, consumption of oil is 10% of total energy consumption, natural gas is 9%, and hydro or other renewable sources are only 7% used by Indian people। ठीक है जी। तो ਇਹਦੇ ਤੋਂ ਸਾਡੇ ਕੋਲ ਇੱਕ ਰੌਜ ਆ ਜੋ ਅਸੀਂ ਕਹਿ ਦਈਏ ਕਿ ਅੰਕੜਾ ਆ ਗਿਆ ਕਿ 10% ਅਸੀਂ ਕੀ ਆਗਾ ਫਿਊਲ ਦਾ ਯੂਜ਼ ਕਰ ਦਿਆਂਗੇ, ਜਿਹਦੇ ਵਿੱਚ 9% CNG ਆ ਗਈ ਔਰ 7% ਆ ਜਿਹੜਾ ਉਹ ਅਸੀਂ ਕੀ ਹੈਗਾ ਯੂਜ਼ ਕਰ ਦਿਆਂਗੇ ਕੋਈ ਵੀ ਰੀਨਿਊਏਬਲ ਸੋਰਸ ਜਿਹਨੂੰ ਅਸੀਂ ਦੁਬਾਰਾ ਤੋਂ ਪ੍ਰੋਡਿਊਸ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਸਾਡੇ ਕੋਲ ਸੋਲਰ એનર્ਜੀ ਹੈਗੀ ਜਾਂ ਫਿਰ ਹਾਈਡਰੋ એનર્ਜੀ ਹੈਗੀ ਹੈ ਨਾ। ਅੱਗੇ ਕੀ ਹੈਗਾ, ਨਾਨ ਕਮਰਸ਼ੀਅਲ ਸੋਰਸਸ ਆਫ એનર્ਜੀ ਮੀਟ ਦੀ ਰੈਸਟ ਆਫ 26% ਆਫ ਟੋਟਲ એનર્ਜੀ ਕੰਜ਼ੰਪਸ਼ਨ। ਨਾਨ ਕਮਰਸ਼ੀਅਲ ਦੇ ਵਿੱਚ ਸਾਡੇ ਹਾਊਸਸ ਆ ਗਏ ਹੈ ਨਾ, ਹਾਊ ਮਚ electricity is used by a common people, a common person है ना जी, किसी भी एक रीजन ਦਾ ਹੋ ਸਕਦਾ ਹੋ। ਅੱਗੇ ਕੀ ਹੈਗਾ, Indian economy is mainly dependent on import of crude and petroleum product, and the dependence is likely to increase in future। ਹੁਣ ਤੁਸੀਂ ਤੁਹਾਨੂੰ ਪਤਾ ਹੀ ਆ ਵੀ ਕਾਲੇ ਦੇ ਲਾ ਲਓ ਜਾਂ ਫਿਰ ਧਨੌਲੇ ਦੇ ਵਿੱਚ ਲਾ ਲਓ, ਇੱਕ ਘਰੇ 2-2 4-4 ਗੱਡੀਆਂ ਖੜੀਆਂ ਨੇ, 4-4 5-5 ਮੋਟਰਸਾਈਕਲ ਖੜੇ ਨੇ, ਤਾਂ ਅਸੀਂ ਕਿਵੇਂ ਕਹਿ ਦਾਂਗੇ ਜੀ ਵੀ ਅਸੀਂ ਬਹੁਤ ਲਿਮਿਟ ਦੇ ਵਿੱਚ ਯੂਜ਼ ਕਰ ਰਹੇ ਹਾਂ ਸਾਡੇ ਜੋ ਪੈਟਰੋ ਪ੍ਰੋਡਕਟਸ ਨੇ, ਅਸੀਂ ਤਾਂ ਉਹਨਾਂ ਦੀ ਵੇਸਟੇਜ ਕਰ ਰਹੇ ਹਾਂ। ਜੇ ਅਸੀਂ ਬਾਜ਼ਾਰ ਤੱਕ ਜਾਣਾ ਅਸੀਂ ਫਿਰ ਵੀ ਕੀ ਆ ਮੋਟਰਸਾਈਕਲ ਤੋਂ ਬਿਨਾਂ ਗੱਲ ਨਹੀਂ ਕਰਦੇ। ਸਾਡੀ ਮਾਂ ਚਾਹੇ ਕਹਦੇ ਵੀ ਭਾਈ ਮੇਰੇ ਵਾਸਤੇ ਦਵਾਈ ਲਿਆ, ਅਸੀਂ ਕੀ ਕਰਾਂਗੇ, ਅਸੀਂ ਭੱਜ ਕੇ ਜਾ ਕੇ ਮੋਟਰਸਾਈਕਲ ਨੂੰ ਹੱਥ ਪਾਵਾਂਗੇ ਵੀ ਪਹਿਲਾਂ ਮੋਟਰਸਾਈਕਲ ਦੀ ਚਾਬੀ ਦਵਾ ਡੈਡੀ ਤੋਂ, ਅਸੀਂ ਫਿਰ ਦਵਾਈ ਲੈ ਕੇ ਆਵਾਂਗੇ ਹੈ ਨਾ। ਤਾਂ ਇਹ ਚੀਜ਼ਾਂ ਕੀ ਨੇ, ਇਹਦੇ ਨਾਲ ਮੈਨੂੰ ਤਾਂ ਨਹੀਂ ਲੱਗਦਾ ਵੀ ਅਸੀਂ ਆਪਣੀ ਜੋ ਨੀਡਸ ਨੇਗੀਆਂ ਉਹਨਾਂ ਨੂੰ ਦੇਖਦੇ ਹੋਏ એનર્ਜੀ ਕੰਜ਼ਿਊਮ ਕਰ ਰਹੇ ਹਾਂ। ਮੈਨੂੰ ਤਾਂ ਇਹ ਲੱਗ ਰਿਹਾ ਅਸੀਂ ਬਹੁਤ ਹੀ ਜ਼ਿਆਦਾ ਵਿਗੜੇ ਹੋਏ ਰੂਪ ਨਾਲ ਇਹਨੂੰ ਯੂਜ਼ ਕਰ ਰਹੇ ਹਾਂ ਵੀ ਇਹ ਸਿਰਫ ਸਾਡੇ ਲਈ ਹੋਈ ਆ। ਫੋਰ ਐਗਜ਼ਾਮਪਲ ਅਸੀਂ ਪਾਣੀ ਆ ਜਿਹੜਾ ਗਰਾਊਂਡ ਵਾਟਰ ਆਉਂਦੀ ਕਿੰਨੀ ਜ਼ਿਆਦਾ ਵੇਸਟੇਜ ਹੋ ਰਹੀ ਹੈਗੀ। ਹਾਲਾਂਕਿ ਸਾਨੂੰ ਪਤਾ ਵੀ ਇਹ ਤੋਂ ਬਾਅਦ ਚੋਂ ਸਾਡਾ ਜਿਹੜਾ ਪੰਜਾਬ ਆ ਉਹਦੇ ਵਿੱਚ ਸੋਕਾ ਪੈਣ ਵਾਲਾ ਗਾ, ਅਸੀਂ ਫਿਰ ਵੀ ਕੀ ਆ ਆਪਣੀਆਂ ਜੋ ਡੇਲੀ ਰੂਟੀਨ ਦੇ ਵਿੱਚ ਜੋ ਹੈਬਿਟਸ ਵਿਗੜੀਆਂ ਹੋਈਆਂ ਨੇ ਅਸੀਂ ਉਹਨਾਂ ਨੂੰ ਐਜ਼ ਇਟ ਇਜ਼ ਹੀ ਬਰਕਰਾਰ ਰੱਖ ਰਹੇ ਹਾਂ। ਸੋ ਦਿਸ ਇਜ਼ ਵੈਰੀ ਬੈਡ। ਸਾਨੂੰ ਇਹ ਜੋ ਲੈਸਨਸ ਹੁੰਦੇ ਨੇ ਨਾ ਉਹ ਕੀ ਆਗਾ ਅੱਗੇ ਵਾਸਤੇ ਅਸੀਂ ਕੀ ਸੁਧਾਰ ਕਰ ਸਕਦੇ ਹਾਂ, ਇਹ ਹੁੰਦਾ ਇਸ ਲਈ ਪੜ੍ਹਾਏ ਜਾਂਦੇ ਨੇ। ਇਹ ਨਹੀਂ ਹੁੰਦਾ ਕਿ ਅਸੀਂ ਇਹਨਾਂ ਨੂੰ ਐਵੇਂ ਹੀ ਪੜ੍ਹ ਕੇ ਬਸ ਛੱਡ ਦਈਏ। ਸੋ ਵੀ ਸ਼ੁੱਡ ਬੀ ਅਵੇਅਰ ਆਫਟਰ ਰੀਡਿੰਗ ਔਰ ਲਿਸਨਿੰਗ ਹੈ ਨਾ, ਜੋ ਵੀ ਅਸੀਂ ਰੀਡ ਆਊਟ ਕਰ ਰਹੇ ਹਾਂ ਜਾਂ ਫਿਰ ਕਿਸੇ ਤੋਂ ਪ੍ਰੀਚ ਜੋ ਲੈਸਨ ਸਾਨੂੰ ਮਿਲ ਰਿਹਾ ਹੈਗਾ ਅਸੀਂ ਉਹਨੂੰ ਸੁਣ ਰਹੇ ਹਾਂ। ਸੋ ਉਸ ਨੂੰ ਸੁਣਨ ਤੋਂ ਬਾਅਦ ਜਾਂ ਪੜ੍ਹਨ ਤੋਂ ਬਾਅਦ ਸਾਨੂੰ ਥੋੜ੍ਹਾ ਮੋਟਾ ਅਵੇਅਰ ਹੋਣ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈਗੀ। ਅੱਗੇ ਸਾਡੇ ਕੋਲ ਆ ਗਿਆ ਜੀ ਸੈਕਟੋਰਲ ਸ਼ੇਅਰ ਆਫ એનર્ਜੀ ਕੰਜ਼ੰਪਸ਼ਨ ਇਨ ਇੰਡੀਆ। ਸੈਕਟੋਰਲ ਸ਼ੇਅਰ ਮਤਲਬ ਇਹ ਸੈਕਟਰਸ ਆ ਗਏ, ਜਿਵੇਂ ਇੰਡਸਟਰੀਅਲ ਸੈਕਟਰ ਹੋ ਗਿਆ, ਕਮਰਸ਼ੀਅਲ ਸੈਕਟਰ ਹੋ ਗਿਆ ਹੈ ਨਾ ਜੀ, ਜਾਂ ਫਿਰ ਸਾਡੇ ਜੋ ਹੋਮਸ ਹੋ ਗਏ ਹੈ ਨਾ, ਘਰ ਹੋ ਗਏ, ਜਾਂ ਫਿਰ ਸਕੂਲਸ ਹੋ ਗਏ, ਇੰਸਟੀਟਿਊਸ਼ਨਲ ਸੈਕਟਰ ਹੋ ਗਿਆ, ਇੱਦਾਂ ਦੇ ਜਿਹੜੇ ਗਵਰਨਮੈਂਟਲ ਸੈਕਟਰ ਹੋ ਗਿਆ, ਕਿੰਨੀ ਪਰਸੈਂਟੇਜ ਕਿਹੜਾ ਸੈਕਟਰ ਯੂਜ਼ ਕਰ ਰਿਹਾ ਹੈਗਾ। ਠੀਕ ਹੈ ਜੀ, ਉਹਦੇ ਬਾਰੇ ਅਸੀਂ ਕੀ ਹੈਗਾ ਇਹਦੇ ਵਿੱਚ ਪੜਾਂਗੇ। Industrial sector has maintained its supremacy in energy consumption compared to other sector। ਇੱਥੇ ਟਰਾਂਸਪੋਰਟ ਦੀ ਗੱਲ ਹੋਈ ਹੈ, ਇੱਥੇ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ। ਇੱਕ ਕਾਰ ਆ, ਉਹ 1 ਲੀਟਰ ਨਾਲ 10 ਕਿਲੋਮੀਟਰ ਚੱਲਦੀ ਔਰ ਉੱਥੇ ਹੀ
जो रेल गड्डी आ ਉਹ ਸਿਰਫ ਤੇ ਸਿਰਫ ਸਟਾਰਟ ਹੋਣ ਵਾਸਤੇ 5 ਲੀਟਰ ਤੇਲ ਨੂੰ ਪੀ ਜਾਂਦੀ ਹੈ ਤੇ 1 ਕਿਲੋਮੀਟਰ ਚੱਲਣ ਵਾਸਤੇ ਸੌਰੀ ਸਟਾਰਟ ਹੋਣ ਵਾਸਤੇ ਤਾਂ ਬਹੁਤ ਜ਼ਿਆਦਾ ਪੀਂਦੀ ਹੈ ਇਹ 1 ਕਿਲੋਮੀਟਰ ਚੱਲਣ ਵਾਸਤੇ 5 ਲੀਟਰ ਤੇਲ ਚਾਹੀਦਾ ਸੀ ਕਿੱਥੇ ਅਸੀਂ 1 ਲੀਟਰ ਨਾਲ 10 ਕਿਲੋਮੀਟਰ ਚਲਾ ਰਹੇ ਹਾਂ ਔਰ ਇੱਥੇ 1 ਕਿਲੋਮੀਟਰ ਚੱਲਣ ਵਾਸਤੇ 5 ਲੀਟਰ ਤੇਲ ਯੂਜ਼ ਹੋ ਰਿਹਾ ਸੋ ਕਿੰਨਾ ਜ਼ਿਆਦਾ ਡਿਫਰੈਂਸ ਹੋ ਜਾਊਗਾ है ना ਤਾਂ ਇਹਦੇ ਵਿੱਚ ਕਈ ਚੀਜ਼ਾਂ ਆ ਜਾਂਦੀਆਂ ਨੇ ਪਰ ਫਿਰ ਵੀ ਜੋ ਇੰਡਸਟਰੀਅਲ ਸੈਕਟਰ ਹੈਗਾ ਉਹ ਸਭ ਤੋਂ ਟੌਪ ਦੇ ਉੱਤੇ ਆ ਇਹ ਸਭ ਤੋਂ ਟੌਪ ਦੇ ਉੱਤੇ ਆ ਕਿਹਦੇ ਵਿੱਚ ਕਿ ਕੋਈ ਸੈਕਟਰ ਕਿੰਨਾ ਕਿ ਜ਼ਿਆਦਾ એનર્ਜੀ ਨੂੰ ਕੰਜ਼ਿਊਮ ਕਰ ਰਿਹਾ ਹੈ ਨਾ ਜੀ ਅੱਗੇ ਸਾਡੇ ਕੋਲ ਆ ਗਿਆ ਕੰਜ਼ੰਪਸ਼ਨ ਆਫ ਕਮਰਸ਼ੀਅਲ એનર્ਜੀ ਇਜ਼ ਵੈਰੀ ਲੋ in agriculture sector जो commercial energy है agricultural sector ਦੇ ਵਿੱਚ ਬਹੁਤ ਜ਼ਿਆਦਾ ਘੱਟ ਆ this suggests that the dependence of this sector on manual labor and use of hand operator tools and implements this has led to low level of productivity in Indian culture ਕਹਿੰਦਾ ਜਦੋਂ ਸਾਡੇ ਹੁਣ ਤਾਂ ਬਹੁਤ ਜ਼ਿਆਦਾ ਵੱਧ ਚੁੱਕੀ ਆ ਪਰ ਪਹਿਲਾਂ ਦੀ ਜੋ ਸਥਿਤੀ ਸੀ ਅਸੀਂ ਕਿਹਾ ਸਾਡੇ ਐਗਰੀਕਲਚਰਲ ਸੈਕਟਰ ਦੇ ਵਿੱਚ ਜੋ એનર્ਜੀ ਦੀ ਕੰਜ਼ੰਪਸ਼ਨ ਸੀ ਬਹੁਤ ਜ਼ਿਆਦਾ ਘੱਟ ਸੀ ਅਸੀਂ ਮੈਨੂਅਲੀ ਕੰਮ ਕਰਦੇ ਸੀ ਪਹਿਲਾਂ ਬੀਜ ਬੋਂਦੇ ਫਿਰ ਉਹਨਾਂ ਨੂੰ ਜਰਮੀਨੇਟ ਕਰਦੇ ਹੈ ਨਾ ਉਦੋਂ ਬਾਅਦ 'ਚ ਉਹਨਾਂ ਦੀ ਇਰੀਗੇਸ਼ਨ ਹੁੰਦੀ ਇਰੀਗੇਸ਼ਨ ਤੋਂ ਬਾਅਦ ਕੀ ਹੈਗਾ ਅਸੀਂ ਉਹਨਾਂ ਦਾ ਕੀ ਕਰਦੇ ਹਾਰਵੈਸਟਿੰਗ ਕਰ ਦਿੰਦੇ ਹਾਰਵੈਸਟਿੰਗ ਤੋਂ ਬਾਅਦ ਕੀ ਆ ਉਹਨਾਂ ਦੀ ਸਟੋਰੇਜ ਹੋ ਜਾਂਦੀ ਇਹ ਸਾਰਾ ਕੁਝ ਹੀ ਪਹਿਲਾਂ ਕੀ ਹੁੰਦਾ ਸੀ ਇਹ ਸਾਡੇ ਦੁਆਰਾ ਮੈਨੂਅਲੀ ਹੁੰਦਾ ਸੀ ਪਰ ਹੁਣ ਕੀ ਹੈਗਾ ਅਸੀਂ ਬਿਜਾਈ ਵੀ ਕਰਦੇ ਹਾਂ ਤਾਂ ਵੀ ਸਾਨੂੰ ਕੰਪਿਊਟਰ ਆਪਰੇਟਡ ਜੋ ਹਲ ਹੁੰਦੇ ਨੇ ਉਹਨਾਂ ਦੀ ਲੋੜ ਪੈਂਦੀ ਹੈ ਅਸੀਂ ਪੱਧਰਾ ਕਰਨਾ ਲੈਵਲ ਕਰਨਾ ਤਾਂ ਵੀ ਸਾਨੂੰ ਕੰਪਿਊਟਰ ਕਰਾ ਦੀ ਲੋੜ ਪੈਂਦੀ ਆ ਉਦੋਂ ਬਾਅਦ ਚੋਂ ਅਸੀਂ ਹਾਰਵੈਸਟਿੰਗ ਕਰਨੀ ਆ ਹਾਰਵੈਸਟਿੰਗ ਵਾਸਤੇ ਵੀ ਸਾਡੇ ਕੋਲੇ ਕੰਬਾਈਨਸ ਆ ਗਈਆਂ ਥ੍ਰੈਸ਼ਰਿੰਗ ਵਾਸਤੇ ਵੀ ਕੰਬਾਈਨਸ ਨੇਗੀਆਂ ਹੈ ਨਾ ਤਾਂ ਜੋ ਮੈਨੂਅਲ ਕੰਮ ਸੀ ਸਾਡਾ ਉਹ ਬਹੁਤ ਜ਼ਿਆਦਾ ਘੱਟ ਚੁੱਕਿਆ ਹੈ ਨਾ ਜੀ ਅੱਗੇ ਸਾਡੇ ਕੋਲੇ ਆ ਗਿਆ ਜੀ ਵਾਈਟਲ ਸੋਰਸ ਆਫ એનર્ਜੀ ਵਾਈਟਲ ਦਾ ਮਤਲਬ ਹੁੰਦਾ ਹੈਗਾ ਕਿ ਸਾਡੇ ਕੋਲ ਕਿੰਨੇ ਕੁ ਸੋਰਸ ਆਫ એનર્ਜੀ ਨੇ ਤੇ ਅਸੀਂ ਕਿਵੇਂ ਉਹਦਾ ਇਸਤੇਮਾਲ ਕਰ ਰਹੇ ਹਾਂ ਹਾਊ ਵੀ ਆਰ ਯੂਜ਼ਿੰਗ ਦ ਸੋਰਸਸ ਆਫ એનર્ਜੀ ਹੈ ਨਾ ਜੀ ਇਹਦੇ ਵਿੱਚ ਬੱਚਿਓ ਆ ਗਿਆ ਇਲੈਕਟ੍ਰਿਸਿਟੀ ਇਜ਼ ਵਾਈਟਲ ਕੰਪੋਨੈਂਟ ਆਫ ਇਨਫਰਾਸਟ੍ਰਕਚਰ determines the economic development of country. The growth rate of electricity generation is often higher than growth rate of GDP. It is estimated that in order to achieve 8% of GDP, India must generate electricity at growth rate of 12%. ਕੋਈ ਵੀ ਕਾਰਖਾਨਾ ਚਲਾਉਣਾ ਸਾਨੂੰ ਕੀ ਦੀ ਲੋੜ ਆ ਇਲੈਕਟ੍ਰਿਸਿਟੀ ਦੀ ਸਾਡੇ ਦੇਸ਼ ਦੀ ਵਸੋਂ ਹੀ ਇੰਨੀ ਜ਼ਿਆਦਾ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਵੀ ਹਰੇਕ ਘਰ ਦੇ ਵਿੱਚ ਬਿਜਲੀ ਹੋਣੀ ਚਾਹੀਦੀ ਆ ਪਰ ਹਾਲ ਕੀ ਆ ਵੀ ਪਿਛਲੇ 2-3 ਸਾਲਾਂ ਦੇ ਵਿੱਚ ਅਰੁਣਾਚਲ ਪ੍ਰਦੇਸ਼ ਔਰ ਅਸਮ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਅੱਜ ਤੱਕ ਬਿਜਲੀ ਨਹੀਂ ਸੀ ਗਈ ਅਸੀਂ ਉਹਨਾਂ ਨੂੰ ਬਿਜਲੀ ਪਹੁੰਚਾਈ ਹੈ ਨਾ ਹੋ ਸਕਦਾ ਹਜੇ ਹੋਰ ਵੀ ਇਦਾਂ ਦੇ ਲੋਕ ਹੋਣ ਜਿਹੜੇ ਪਛੜੀਆਂ ਜਾਤਾਂ ਨੂੰ ਜਾਂ ਫਿਰ ਟ੍ਰਾਈਬਸ ਨੂੰ ਬਿਲੋਂਗ ਕਰਦੇ ਨੇ ਜੋ ਹਜੇ ਵੀ ਵਾਂਝੇ ਹੋਣ ਬਿਜਲੀ ਤੋਂ ਤਾਂ ਉਹਨਾਂ ਨੂੰ ਬਿਜਲੀ ਕਿਵੇਂ ਮਿਲੂਗੀ ਬਿਜਲੀ ਉਹਨਾਂ ਨੂੰ ਐਵੇਂ ਹੀ ਮਿਲੂਗੀ ਨਾ ਜੇ ਅਸੀਂ ਸਾਡੇ ਕੋਲੇ 12% ਕੀ ਹੈਗਾ ਗਰੋਥ ਰੇਟ ਹੋਊਗੀ ਐਨੂਅਲੀ ਇਲੈਕਟ੍ਰਿਸਿਟੀ ਜਨਰੇਸ਼ਨ ਦੀ ਠੀਕ ਹੈ ਤਾਈਓ ਅਸੀਂ ਮੈਚ ਕਰਾਂਗੇ ਨਾ ਸਾਡੇ ਦੇਸ਼ ਦੀ GDP ਨੂੰ ਇਨਹੈਂਸ ਕਰਨ ਵਾਸਤੇ ਨਹੀਂ ਦੀ ਤਾਂ ਸਾਡੇ ਵਿੱਚ ਮਿਸਮੈਚ ਹੋ ਜਾਊਗਾ ਅੱਗੇ ਦੋਸਤੋ ਇਹਦੇ ਵਿੱਚ ਸਿਰਫ ਇੰਨਾ ਹੀ ਹੈਗਾ ਤੁਸੀਂ ਪਲੀਜ਼ ਇਹਨੂੰ ਇੱਕ ਵਾਰ ਰੀਡ ਆਊਟ ਕਰ ਲਿਓ ਠੀਕ ਹੈ ਵਾਈਟੈਲਿਟੀ ਦੀ ਗੱਲ ਕੀਤੀ ਹੋਈ ਹੈ ਕਿ ਹਾਊ ਮਚ ਪਰਸੈਂਟੇਜ ਐਂਡ ਹਾਊ ਵੀ ਆਰ ਯੂਜ਼ਿੰਗ ਕਿਸੇ ਵੀ ਟਾਈਪ ਆਫ એનર્ਜੀ ਦੀ ਸਾਨੂੰ ਕਿੰਨੀ ਕੁ ਜ਼ਰੂਰਤ ਆ ਕਿੰਨਾ ਕੁ ਉਹ ਸਾਡੇ ਕੋਲੇ ਹੈਗਾ ਗਾ ਠੀਕ ਹੈ ਜੀ ਅੱਗੇ ਸਾਡੇ ਕੋਲ ਇਹਦੀਆਂ ਐਡਵਾਂਟੇਜਸ ਆ ਗਈਆਂ એનર્ਜੀ ਦੀ ਤੇ ਨਿਊਕਲੀਅਰ એનર્ਜੀ ਆ ਗਈ ਨਿਊਕਲੀਅਰ એનર્ਜੀ ਕਿਹੜੀ ਹੁੰਦੀ ਆ ਤੁਹਾਨੂੰ ਪਤਾ ਹੀ ਆ ਜਿਹਨੂੰ ਅਸੀਂ ਕੀ ਹੈਗਾ ਨਾਭਿਕੀ ਊਰਜਾ ਵੀ ਬੋਲ ਦਿੰਦੇ ਆ ਹਿੰਦੀ ਦੇ ਵਿੱਚ ਔਰ ਪੰਜਾਬੀ ਦੇ ਵਿੱਚ ਔਰ ਇਹ ਕੀ ਹੈਗਾ ਜਦੋਂ ਅਸੀਂ ਕੀ ਹੈਗਾ ਜੋ ਰੇਡੀਓ ਐਕਟਿਵ ਐਲੀਮੈਂਟਸ ਹੁੰਦੇ ਨੇ ਫॉर एग्जांपल हीलियम हो गया है ना जी हीलियम हो गया
ਜਾਂ ਫਿਰ ਆਪਾਂ ਕਹਿ ਦਈਏ ਰੇਡੀਅਮ ਹੋ ਗਿਆ। ਤਾਂ ਇਦਾਂ ਦੇ ਜਿਹੜੇ ਪ੍ਰੋਡਕਟਸ ਨੇ ਜੋ ਸੌਰੀ ਐਲੀਮੈਂਟ ਨੇ ਉਹਨਾਂ ਨੂੰ ਅਸੀਂ ਯੂਜ਼ ਕਰਦੇ ਹਾਂ ਐਜ਼ ਅ એનર્ਜੀ ਪ੍ਰੋਵਾਈਡਰ। ਐਜ਼ ਐਨ એનર્ਜੀ ਪ੍ਰੋਵਾਈਡਰ ਅਸੀਂ ਉਹਨਾਂ ਨੂੰ ਯੂਜ਼ ਕਰ ਦਿਆਂਗੇ। ਉਹਨਾਂ ਦਾ ਇਸਤੇਮਾਲ ਬਾਰ-ਬਾਰ ਹੁੰਦਾ ਰਹਿੰਦਾ ਹੈ ਨਾ ਜੀ। ਪਹਿਲਾਂ ਉਹਨਾਂ ਨੂੰ ਯੂਜ਼ ਕਰਦੇ ਆ, ਫਿਰ ਉਦੋਂ ਬਾਅਦ ਚੋਂ ਕੀ ਆ ਉਹਨਾਂ ਨੂੰ ਕੂਲ ਕੀਤਾ ਜਾਂਦਾ, ਕੂਲ ਡਾਊਨ ਕਰਨ ਤੋਂ ਬਾਅਦ ਫਿਰ ਰੀਯੂਜ਼ ਕੀਤਾ ਜਾਂਦਾ। ਇਸੇ ਢੰਗ ਨਾਲ ਇੱਕ ਫਿਊਲ ਸੌਰੀ ਜੇ ਅਸੀਂ ਗੱਲ ਕਰੀਏ ਵੀ ਸਾਡੇ ਕੋਲੇ ਆ ਇੱਕ ਸਿੱਕਾ ਗਾ ਰਿਫਿਲ ਆ ਜੋ ਅਸੀਂ ਪੈਨ ਦੇ ਵਿੱਚ ਪਾਉਣੇ ਆ, ਤੇ ਸਾਡੇ ਕੋਲੇ ਰਿਫਿਲ ਕੀ ਤੋਂ ਮਿਲ ਕੇ ਬਣਿਆ ਹੋਇਆਗਾ, ਇੱਕ ਰੇਡੀਓ ਐਕਟਿਵ ਐਲੀਮੈਂਟ ਤੋਂ ਬਣਿਆ ਹੋਇਆ, ਇੱਕ ਰੇਡੀਓ ਐਕਟਿਵ ਐਲੀਮੈਂਟ ਤੋਂ ਮਿਲ ਕੇ ਬਣਿਆ ਹੋਇਆਗਾ। ਤੇ ਅਸੀਂ ਇਸ ਸਿੱਕੇ ਦਾ ਇਸਤੇਮਾਲ ਲਿਖਣ ਵਾਸਤੇ ਕਰਦੇ ਹਾਂ। ਅਸੀਂ ਇਹਦੇ ਨਾਲ 10,000 ਪੇਜ ਲਿਖਦੇ ਤੇ ਖਤਮ ਹੋ ਗਿਆ। ਫਿਰ ਇਹਨੂੰ ਠੰਡਾ ਹੋਣ ਵਾਸਤੇ ਰੱਖ ਦਈਏ ਤੇ ਫਿਰ ਇਹ ਰਿਫਿਲ ਆ ਜਿਹੜਾ ਉਹ ਐਕਟੀਵੇਟ ਹੋ ਜਾਊਗਾ, ਔਰ ਐਕਟੀਵੇਟ ਹੋਣ ਤੋਂ ਬਾਅਦ 10,000 ਪੇਜ ਹੋਰ ਲਿਖੂਗਾ। ਐਵੇਂ ਹੀ ਜੋ ਨਿਊਕਲੀਅਰ એનર્ਜੀ ਹੁੰਦੀ ਹੈ ਸਾਡੇ ਲਈ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਆ। ਕਿਉਂਕਿ ਇਹਦਾ ਅਸੀਂ ਰੀਯੂਜ਼ ਕਰ ਸਕਦੇ ਹਾਂ। ਠੀਕ ਹੈ ਜੀ, ਇਹ ਸਭ ਤੋਂ ਵੱਡੀ ਐਡਵਾਂਟੇਜ ਆ। ਲੇਕਿਨ ਡਿਸਐਡਵਾਂਟੇਜ ਵੀ ਉੱਥੇ ਆ। ਇਹਨੂੰ ਮੇਨਟੇਨ ਕਰਨ ਵਾਸਤੇ ਸਾਡੇ ਕੋਲੇ ਸਕਿਲਡ ਸਟਾਫ ਹੋਣਾ ਚਾਹੀਦਾ। ਸਕਿਲਡ ਸਟਾਫ ਕਿਵੇਂ ਹੋਊਗਾ? ਪਰਚੀਆਂ ਲੈ ਕੇ ਜਿਹੜਾ ਬੱਚਾ ਪਾਸ ਹੁੰਦਾ ਉਹ ਤਾਂ ਸਕਿਲਡ ਹੋਊਗਾ ਨਹੀਂ। ਦੈਨ ਹਾਊ ਕੈਨ ਵੀ ਐਕਸਪੈਕਟ ਕਿਵੇਂ ਕਰ ਸਕਦੇ ਆ ਅਸੀਂ ਕਿ ਸਾਡੇ ਕੋਲੇ ਇੱਕ ਸਕਿਲਡ ਬੰਦੇ ਆਉਣਗੇ ਅੱਗੇ ਜਾ ਕੇ? ਜਦੋਂ ਸਾਡਾ ਬੇਸ ਹੀ ਬਹੁਤ ਜ਼ਿਆਦਾ ਵੀਕ ਹੋਊਗਾ, ਦੈਨ ਅਸੀਂ ਕਿਵੇਂ ਐਕਸਪੈਕਟ ਕਰ ਸਕਦੇ ਹਾਂ ਕਿ ਸਾਡਾ ਜੋ ਫਿਊਚਰ ਆ ਉਹ ਬ੍ਰਾਈਟ ਹੋਊਗਾ? ਸੋ ਸਾਡੇ ਕੋਲੇ ਇੱਕ ਸਕਿਲਡ ਜਨਰੇਸ਼ਨ ਨੂੰ ਪੈਦਾ ਕਰਨ ਵਾਸਤੇ ਸਾਡੇ ਕੋਲੇ ਕੀ ਆ ਜੋ ਮਿਹਨਤ ਹੋਣੀ ਚਾਹੀਦੀ ਆ ਉਹ ਵੀ ਦੁੱਗਣੀ ਔਰ ਤਿੱਗਣੀ ਹੋਣੀ ਚਾਹੀਦੀ ਆ। ਅੱਜ ਦੇ ਜੋ ਸੈਸ਼ਨ ਦੇ ਵਿੱਚ ਅੱਜ ਬਹੁਤ ਹੋ ਗਿਆ ਹੋਊਗਾ, ਬਾਕੀ ਆਪਾਂ ਕੱਲ ਨੂੰ ਕਰਦੇ ਹਾਂ। ਥੈਂਕ ਯੂ।